तेहा हुक्म कमाहे कल्ले आवह नानका सदे उठी जाहे कल्ले आवह नानका सदे उठी जाहे वाहेगुरु साहिब जी। राग आसा महला पंजवा। गुर कै शब्द बनावो एह मन गुर का दर्शन संचो हर तन उत्तम मत मेरे हृदय तू आओ त्यावों गावों गुण गोविंदा अत प्रीतम मोहे लागै नाऊ त्रिपत अगावन साचै नाए अठ सठ मज्जन संत तुराए सब मह जानो करता एक साध संगत मिल बुद्ध बबेक दास सगल का छोड़ अभिमान नानक को गुर दीनो दान दास सगल का छोड़ अभिमान नानक को गुर दीनो दान। गरीब निवाज निमाणियां दे माण निआसरियां दे आसरे गुरता गद्दी ते सभाए मान धन धन साहिब श्री गुरु ग्रंथ साहिब महाराज जी दी पावन पवित्र हजूरी अंदर अज आपां माता करतार कौर जी दी अंतिम अरदास दे विच शामिल होने दे लई इकत्तर हो रहे हैं, जो कि अपने परिवारक मैंबरां नूं रिश्तेदारां नूं सदीवी विछोड़ा दे के चले गए हन। आओ विचारां दी प्रारंभता तो पहलां आपस विच पाईए फतेह दी सांझ। प्यार ते सत्कार नाल सारी संगत बोलियो जी वाहिगुरु जी का खालसा वाहिगुरु जी की फतेह।
ਰੱਬੀ ਹੁਕਮ ਦੇ ਅਨੁਸਾਰ ਜੋ ਕਿ ਮਾਤਾ ਕਰਤਾਰ ਕੌਰ ਜੀ ਆਪਣੇ ਪੁੱਤਰ ਧੀਆਂ ਨੂੰ, ਪਰਿਵਾਰਕ ਮੈਂਬਰਾਂ ਨੂੰ ਸਦਾ ਲਈ ਛੱਡ ਕੇ ਚਲੇ ਗਏ ਹਨ। ਇਹ ਮਾਲਕ ਜੀ ਦਾ ਹੁਕਮ ਹੈ। ਭਾਣੇ ਦੇ ਵਿੱਚ ਹੀ ਮਨੁੱਖ ਦੁਨੀਆ ਵਿੱਚ ਆਉਂਦਾ ਹੈ, ਭਾਣੇ ਦੇ ਵਿੱਚ ਹੀ ਚਲਿਆ ਜਾਂਦਾ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਜਾਣ ਵਾਲਿਆਂ ਤੋਂ ਆਪਾਂ ਸਿੱਖਿਆ ਲੈਣੀ ਆ। ਜਦੋਂ ਵੀ ਕਿਸੇ ਦੀ ਵਾਰੀ ਆਉਂਦੀ ਆ ਨਾ, ਆਪਾਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੇ ਲਈ ਜਾਂਦੇ ਹਾਂ। ਜਿਨ੍ਹਾਂ ਨਾਲ ਸਾਡਾ ਪਿਆਰ ਹੁੰਦਾ ਹੈ, ਲਗਾਵ ਹੁੰਦਾ ਹੈ, ਰਿਸ਼ਤੇਦਾਰੀਆਂ ਹੁੰਦੀਆਂ ਨੇ, ਦੁੱਖ ਵੰਡਾਉਣ ਦੇ ਲਈ ਅਸੀਂ ਪਹੁੰਚਦੇ ਹਾਂ। ਬਾਬਾ ਰਵਿਦਾਸ ਜੀ ਸਮਝਾਉਂਦੇ ਨੇ, ਪੁੱਤ ਜਦੋਂ ਵੀ ਤੂੰ ਕਿਸੇ ਦੀ ਅੰਤਮ ਅਰਦਾਸ 'ਤੇ ਜਾਵੇਂ, ਮਨ ਨੂੰ ਜ਼ਰੂਰ ਇਹ ਸਮਝਾ ਕੇ ਲੈ ਕੇ ਆਇਆ ਕਰ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਵੇਖ ਸੰਗੀ ਸਾਥੀ ਜਾ ਰਹੇ ਨੇ, ਆਪਾਂ ਵੀ ਜਾਵਾਂਗੇ, ਆਪਾਂ ਵੀ ਇਸ ਦੁਨੀਆ 'ਚੋਂ ਚਲੇ ਜਾਣਾ। ਸਭ ਦੀ ਵਾਰੀ ਆਉਣੀ ਆ, ਕਿਸੇ ਦੀ ਪਹਿਲਾਂ ਆ ਜਾਂਦੀ ਆ, ਕਿਸੇ ਦੀ ਬਾਅਦ ਵਿੱਚ ਆਏਗੀ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਮੌਤ ਗਰੀਬ ਅਮੀਰ ਨਹੀਂ ਵੇਖਦੀ, ਮੌਤ ਬੱਚੇ ਬਜ਼ੁਰਗ ਜਾਂ ਨੌਜਵਾਨ ਨਹੀਂ ਵੇਖਦੀ, ਇਹ ਸਾਰਿਆਂ ਨੂੰ ਆਉਣੀ ਆ। ਸੋ ਮੌਤ ਆਉਣ ਤੋਂ ਪਹਿਲਾਂ ਜੋ ਸਾਡਾ ਮਨੋਰਥ ਹੈ, ਜਿਸ ਕਾਰਜ ਦੇ ਲਈ ਅਸੀਂ ਜੰਮੇ ਹਾਂ, ਜਿਸ ਕਾਰਜ ਲਈ ਸਾਨੂੰ ਸੰਸਾਰ ਵਿੱਚ ਭੇਜਿਆ ਗਿਆ, ਜਾਂ ਤਿਸ ਭਾਣਾ ਤਾਂ ਜੰਮੇ ਆ। ਜੋ ਸਾਡਾ ਮਨੋਰਥ ਹੈ, ਉਧਰਲੇ ਪਾਸੇ ਆਪਾਂ ਧਿਆਨ ਦੇਣਾ ਸ਼ੁਰੂ ਕਰੀਏ। ਹੁਣ ਸਾਡਾ ਮਨੋਰਥ ਕੀ ਹੈ? ਆਓ ਆਪਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿੰਨੀ ਕੁ ਸਤਿਗੁਰੂ ਜੀ ਨੇ ਮੱਤ ਬਖਸ਼ਿਸ਼ ਕੀਤੀ ਆ, ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਤੋਂ ਬਾਹਰਲੀ ਸਾਈਡ 'ਤੇ ਨੇ, ਜਲਦੀ ਤੋਂ ਜਲਦੀ ਪ੍ਰਸ਼ਾਦਾ ਪਾਣੀ ਛਕ ਕੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਆਉਣ ਦੀ ਕਿਰਪਾਲਤਾ ਕਰੀਏ ਜੀ, ਤਾਂ ਜੋ ਮਾਤਾ ਕਰਤਾਰ ਕੌਰ ਜੀ ਦੀ ਅੰਤਮ ਅਰਦਾਸ ਵਿੱਚੋਂ ਆਪਾਂ ਸਿੱਖਿਆ ਲੈ ਕੇ ਜਾ ਸਕੀਏ। ਹੁਣ ਜਦੋਂ ਮਨੁੱਖ ਮਾਤਾ ਦੇ ਪੇਟ ਵਿੱਚ ਆਕਾਰ ਬਣਾਉਂਦਾ ਹੈ ਨਾ, ਇਹਦਾ ਆਕਾਰ ਬਣਦਾ, ਇਹਦਾ ਸਰੀਰ ਤਿਆਰ ਹੁੰਦਾ ਹੈ। ਜਦੋਂ ਇਹਦਾ ਆਕਾਰ ਬਣਨਾ ਸ਼ੁਰੂ ਹੁੰਦਾ ਹੈ, ਉਦੋਂ ਤੋਂ ਹੀ ਦੋ ਮਾਰਗਾਂ ਦੇ ਉੱਤੇ ਚੱਲਣ ਲੱਗ ਜਾਂਦਾ ਹੈ। ਉਹ ਦੋ ਮਾਰਗ ਕਿਹੜੇ ਨੇ? ਇੱਕ ਹੈ ਸੰਸਾਰ ਦਾ ਮਾਰਗ, ਦੂਜਾ ਹੈ ਸੰਤ ਕਾ ਮਾਰਗ। ਬੱਚਾ ਮਾਤਾ ਦੇ ਪੇਟ ਵਿੱਚ ਸੰਸਾਰ ਦੇ ਮਾਰਗ 'ਤੇ ਚੱਲਦਾ ਹੋਇਆ ਨਾਲ ਸੰਤ ਕੇ ਮਾਰਗ 'ਤੇ ਵੀ ਚੱਲਦਾ ਹੈ। ਜਦੋਂ ਉਹ ਮਾਂ ਦੇ ਪੇਟ ਵਿੱਚ ਖੁਰਾਕ ਲੈਂਦਾ, ਉਦੋਂ ਉਹ ਸੰਸਾਰ ਦੇ ਮਾਰਗ 'ਤੇ ਚੱਲ ਰਿਹਾ ਹੈ। ਅਤੇ ਜਦੋਂ ਉਹ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਭਗਤੀ ਕਰਦਾ, ਰੱਬ ਜੀ ਨੂੰ ਯਾਦ ਕਰਦਾ, ਫਰਿਆਦਾਂ ਕਰਦਾ, ਅਰਦਾਸਾਂ ਕਰਦਾ, ਉਰਦ ਤਪ ਕਰਦਾ, ਪੁੱਠਾ ਲਮਕ ਕੇ ਤਪ ਕਰ ਰਿਹਾ ਮਾਤਾ ਦੇ ਪੇਟ ਵਿੱਚ, ਉਦੋਂ ਉਹ ਸੰਤ ਕੇ ਮਾਰਗ ਉੱਤੇ ਚੱਲ ਰਿਹਾ ਹੈ। ਸੰਸਾਰ ਦੇ ਮਾਰਗ 'ਤੇ ਚੱਲਦਾ ਹੋਇਆ ਨਾਲ ਉਹਨੇ ਸੰਤ ਕਾ ਮਾਰਗ ਛੱਡਿਆ ਨਹੀਂ ਹੈ। ਜਿਹੜੇ ਬੱਚੇ ਸੰਤ ਕਾ ਮਾਰਗ ਛੱਡ ਦਿੰਦੇ ਨੇ ਨਾ, ਬੜੇ ਨੇ ਜਿਹੜੇ ਮਾਤਾ ਦੇ ਪੇਟ ਵਿੱਚ ਹੀ ਖਰ ਜਾਂਦੇ ਨੇ। ਜਦੋਂ ਉਹ ਸੰਤ ਦੇ ਮਾਰਗ 'ਤੇ ਚੱਲ ਰਿਹਾ, ਅੰਦਰ ਦੀ ਅੱਗ ਉਹਨੂੰ ਕੁਝ ਉਹ ਨਹੀਂ ਸਕਦੀ, ਸੇਕ ਨਹੀਂ ਦਿੰਦੀ, ਕਿਉਂਕਿ ਉਹ ਉਰਦ ਤਪ ਅੰਤਰ ਕਰ ਰਿਹਾ ਹੈ। ਅਤੇ ਜਦੋਂ ਉਹਦਾ ਜਨਮ ਹੁੰਦਾ, ਦੁਨੀਆ 'ਚ ਆਉਂਦਾ, ਉਹਦਾ ਸਰੀਰ ਮਾਤਾ ਦੇ ਗਰਭ ਵਿੱਚੋਂ ਬਾਹਰ ਆਉਂਦਾ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ, ਉਹ ਸੰਸਾਰ ਦੇ ਮਾਰਗ ਵਿੱਚ ਇੰਨਾ ਵਿਅਸਤ ਹੋ ਜਾਂਦਾ ਕਿ ਉਹਨੂੰ ਸੰਤ ਕਾ ਮਾਰਗ ਭੁੱਲ ਹੀ ਜਾਂਦਾ। ਵੇਖੋ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ, ਬੱਚਾ ਕਿੰਨਾ ਕੋਮਲ ਹੁੰਦਾ ਹੈ,
हर एक प्राणी का जी करदा मैं इस बच्चे नूं उठावां, मैं इहदे नाल खेडां। साडे सामने किसी दुश्मन का बच्चा खेडदा होए असीं उहनूं भी चुक लैंदे आ, क्योंकि उहदे हिरदे दी कोमलता है, उहदे अंदर कोई बैर ईरखा द्वैक नफरत नहीं है। उहदी आत्मा बड़ी पवित्र है, उहदा मन बड़ा साफ है। पर जिमें जिमें वो वड्डा हो रहा है ना, संसार दे मार्ग विच इन्ना व्यस्त हो गया कि उहदे मन दे उत्ते दाग लगने शुरू हो गए। किते क्रोध दा दाग लगदा है, किते लोभ लालच दा दाग लगदा है। इन्ना क मैला हो जाता है कि संसार दे मार्ग विच इन्ना व्यस्त हो जाता है, उन्होंने संत का मार्ग चेते ही नहीं रहिंदा। पर जिमें गफलता दी नींद विच उठदा है, वेखदा भी संगी साथी जा रहे ने, किन्नियां दे कानी लग गया, किन्नियां दियां अंतम अरदासां च हथ जोड़े ने, मैं भी जावांगा, मेरी बारी भी आएगी। संग चलत है हम भी चलना। जदों इनू जाग आउंदी है ना, मैं ते संत के मार्ग नूं छड्ड ही दिता, मेरा मनोरथ है भई प्रापत मानुख दे हुरिया, गोविंद मिलन की ये तेरी बरिया। मैनू बारी मिली आ, मौका मिलिया है। जिस दिन रब जी दे घर चों सुनेहा आया, ये मौका मेरे तो खोया जाना है। क्योंकि असीं पढ़ते हैं ना, आओ जिन्ने भी भैन भरा बैठे हैं सारे हाज़री लवायो, कोई रसना वांझी ना रह जाए। सारे रल मिल के बाबे दी बाणी नूं गा लईए। सतगुरु जी समझाउंदे ने, जेहा चीरी लिखिया, जेहा चीरी लिखिया, जेहा चीरी लिखिया, जेहा चीरी लिखिया, तेहा हुक्म कमाहे, तेहा हुक्म कमाहे। कल्ले आवह नानका, कल्ले आवह नानका, सदे उठी जाहे, सदे उठी जाहे। सदे उठी जाहे, सदे उठी जाहे। जदों इनू पता लगदा भी जिहड़ी अग माता दे पेट विच सी ना, उस अग तो मैनू संत के मार्ग ने बचाया। जदों मैं अपने प्रभु पिता नू याद करना शुरू किया ना, मैं उस अग तो बच गया। ते संसार विच माया रूपी अग है, जैसी अगन उधर मैं, तैसी बाहर माया। फिर ये अरदास करदा भी, हे मेरे मालिक जीओ, किरपा करो मैं संसार दे मार्ग ते चलदा होया, संसार दे मार्ग उत्ते विचरदा होया मैं संत के मार्ग ते भी चलना शुरू कर देवां। जदों ये मन करके अरदास करदा, इन्हां नूं मौत दा चेता आउंदा है। जदों वेखो बंदा अरदास उदी करदा जदों इनूं मौत याद आउंदी आ। जिन्ना टाइम सानूं मरना भुल्लिआ है ना, भी असीं मर जाना है, चले जाना है, उन्ना टाइम रब दी याद नहीं आएगी। ताई ते गुरु नानक साहब जी समझाउंदे ने, पुੱਤ तैनूं सब कुछ याद है, तू कुछ नहीं भुल्लदा। तू कदे खाना नहीं भुल्लिआ, कदे इदां होया भी भैणां प्रशादा पानी बनाउणा भुल गईआं होण, असीं खाना भुल गए होईए, असीं खाना नहीं भुल्लदे, रात नूं सौਣਾ नहीं भुल्लदे। सानू सब कुछ याद है, जे भुल्लदे हां तां असीं मौत नूं भुल्लदे हां भी असीं मर भी जाना है। कदे सोचीए बैठ के भी सब कुछ छड्ड के चले जाना है, एक मिनट दे विच ही सब कुछ पराया हो जाना है, जिन्हों मेरा मेरा करके संभाल रहे हैं। ताई ते गुरु नानक साहब जी आखदे ने,
खाना पीना हंसना सौना विसर गया है मरना। खसम विसार खुआरी कीनी त्रिग जीवन नहीं रहना। जिस जीवन ਨੂੰ सच ਮੰਨ के ਅਸੀਂ ਮਾਲਕ ਨੂੰ ਵਿਸਾਰੀਏ ਉਹਨੇ ਤੇ ਰਹਿਣਾ ਹੀ ਨਹੀਂ। ਸੋ ਮੌਤ ਨੂੰ ਯਾਦ ਰੱਖੀਏ। ਮੌਤ ਯਾਦ ਰੱਖਣਾ ਕੋਈ ਨਿਰਾਸ਼ਾਵਾਦੀ ਗੱਲ ਨਹੀਂ ਹੁੰਦੀ। ਜੇ ਆਪਣਾ ਅੰਤ ਦਿਸ ਪਵੇ ਨਾ ਬੇਅੰਤ ਦੀ ਯਾਦ ਆਉਂਦੀ ਆ। ਆਪਣੀ ਮੌਤ ਦਿਸ ਪਏ ਤਾਂ ਹੀ ਰੱਬ ਜੀ ਚੇਤੇ ਆਉਂਦੇ ਨੇ। ਫਿਰ ਜੀਵਨ ਦਾ ਇੱਕ ਇੱਕ ਪਲ ਸਾਨੂੰ ਕੀਮਤੀ ਲੱਗਦਾ ਵੀ ਲੇਖੇ ਲਾ ਦਈਏ। ਹੁਣ ਜਦੋਂ ਬੰਦੇ ਨੂੰ ਮੌਤ ਚੇਤੇ ਆਉਂਦੀ ਹੈ ਉਦੋਂ ਇਹ ਅਰਦਾਸ ਕਰਦਾ ਮੇਰੇ ਮਾਲਕ ਜੀ ਕਿਰਪਾ ਕਰੋ ਮੈਂ ਸੰਸਾਰ ਦੇ ਮਾਰਗ 'ਤੇ ਚੱਲਦਾ ਹੋਇਆ ਨਾਲ ਸੰਤ ਕੇ ਮਾਰਗ 'ਤੇ ਵੀ ਚੱਲਣਾ ਸ਼ੁਰੂ ਕਰਾਂ। ਜਦੋਂ ਇਹ ਅੰਦਰੋਂ ਪੁਕਾਰਦਾ ਹੈ ਨਾ ਫਿਰ ਗੁਰਦੇਵ ਪਿਤਾ ਜੀ ਸਿੱਖਿਆ ਦਿੰਦੇ ਨੇ ਸਮਝਾਉਂਦੇ ਨੇ ਪੁੱਤ ਆ ਮੇਰੇ ਕੋਲ ਮੈਂ ਤੈਨੂੰ ਦੱਸਾਂ ਸੰਸਾਰ ਦੇ ਮਾਰਗ 'ਤੇ ਚੱਲਦੇ ਹੋਏ ਸੰਤ ਦੇ ਮਾਰਗ 'ਤੇ ਕਿਵੇਂ ਚੱਲਿਆ ਜਾਂਦਾ ਹੈ। ਆਪਣੇ ਫਰਜ਼ ਨਿਭਾਉਂਦੇ ਹੋਏ ਗ੍ਰਸਥ ਜੀਵਨ ਨੂੰ ਜਿਉਂਦੇ ਹੋਏ ਨਾਲ ਧਰਮ ਦਾ ਜੀਵਨ ਕਿਵੇਂ ਜਿਉਇਆ ਜਾਂਦਾ ਹੈ ਆ ਤੈਨੂੰ ਮੈਂ ਦੱਸਾਂ। ਜਿਵੇਂ ਆਪਣੇ ਮਾਤਾ ਪਿਤਾ ਸਿੱਖਿਆ ਦਿੰਦੇ ਆ ਨਾ ਆਪਾਂ ਨੂੰ ਭੈਣ ਭਰਾ ਸਮਝਾਉਂਦੇ ਨੇ ਆਂਢੀ ਗਵਾਂਢੀ ਵੀ ਸਮਝਾਉਂਦੇ ਨੇ। ਆਪਾਂ ਕਿਸੇ ਤੋਂ ਸਲਾਹ ਲਈਏ ਉਹ ਦੱਸਦੇ ਨਹੀਂ ਵੀ ਤੂੰ ਇੱਦਾਂ ਦਾ ਘਰ ਬਣਾ ਲਾ ਤੂੰ ਇੱਦਾਂ ਦਾ ਘਰ ਬਣਾ ਇੱਦਾਂ ਦਾ ਪਾਰਕ ਬਣਾ ਇੱਦਾਂ ਦੀ ਰਸੋਈ ਬਣਾ ਲਾ। ਉਹ ਸਿੱਖਿਆ ਦਿੰਦੇ ਨੇ। ਜਿਵੇਂ ਨੌਜਵਾਨ ਵੀਰਾਂ ਨੂੰ ਕਹਿੰਦੇ ਨੇ ਤੂੰ ਇੱਦਾਂ ਦਾ ਸਰੀਰ ਬਣਾ ਤੂੰ ਜਿਮ ਜਾਇਆ ਕਰ ਤੂੰ ਆਪਣੇ ਸਰੀਰ ਨੂੰ ਕਮਾ ਲਾ ਕਸਰਤ ਕਰਿਆ ਕਰ ਇੱਦਾਂ ਦਾ ਸਰੀਰ ਬਣਾ। ਇਸੇ ਤਰ੍ਹਾਂ ਗੁਰੂ ਪਿਤਾ ਜੀ ਵੀ ਸਾਨੂੰ ਸਿੱਖਿਆ ਦਿੰਦੇ ਨੇ। ਜਦੋਂ ਅਸੀਂ ਸੱਚੇ ਮਨੋਂ ਅਰਦਾਸ ਕਰਦੇ ਹਾਂ ਨਾ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਪੁੱਤ ਜੇ ਤੂੰ ਸੱਚਮੁੱਚ ਹੀ ਜਨਮ ਨੂੰ ਸਫਲਾ ਕਰਨਾ ਚਾਹੁੰਦਾ ਤੂੰ ਕਹਿਣਾ ਚਾਹੁੰਦਾ ਵੀ ਇਹ ਜਨਮ ਮੇਰਾ ਪ੍ਰਵਾਨ ਹੋ ਜਾਏ ਤੂੰ ਮਨ ਕਰਕੇ ਇਹ ਗੱਲ ਮੰਨਦਾ ਫਿਰ ਸਭ ਤੋਂ ਪਹਿਲਾਂ ਤੂੰ ਇਹ ਕਰਮ ਕਰ। ਸਤਿਗੁਰੂ ਜੀ ਪਾਵਨ ਬਚਨ ਕਰਦੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ। ਜਿਸ ਸ਼ਬਦ ਦਾ ਪਾਠ ਆਪਾਂ ਸ਼ੁਰੂਆਤ ਵਿੱਚ ਸਰਵਣ ਕੀਤਾ ਹੈ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ ਗੁਰ ਕੈ ਸ਼ਬਦ ਬਨਾਵੋ ਇਹ ਮਨ। ਗੁਰ ਕੈ ਸ਼ਬਦ ਗੁਰੂ ਜੀ ਦੇ ਸ਼ਬਦ ਦੀ ਰਾਹੀਂ ਤੂੰ ਇਸ ਮਨ ਨੂੰ ਬਣਾ ਜਿਹੜਾ ਮਨ ਤੈਨੂੰ ਬਾਣੀ ਨਹੀਂ ਪੜ੍ਹਨ ਦਿੰਦਾ ਸੇਵਾ ਨਹੀਂ ਕਰਨ ਦਿੰਦਾ ਜਪਜੀ ਸਾਹਿਬ ਪੜ੍ਹਨ ਨੂੰ ਜਿਹੜਾ ਮਨ ਮੰਨਦਾ ਨਹੀਂ ਗੁਰਦੁਆਰਾ ਸਾਹਿਬ ਆਉਣ ਨੂੰ ਜਿਹੜਾ ਮਨ ਮੰਨਦਾ ਨਹੀਂ ਇਹਨੂੰ ਮਨਾਉਣ ਦੇ ਲਈ ਤੈਨੂੰ ਸ਼ਬਦ ਦੀ ਲੋੜ ਹੈ। ਸਭ ਤੋਂ ਪਹਿਲਾਂ ਸ਼ਬਦ ਦੇ ਰਾਹੀਂ ਤੂੰ ਮਨ ਬਣਾ ਤੇਰਾ ਮਨ ਸ਼ਬਦ ਅਨੁਸਾਰੀ ਹੋ ਜਾਏ। ਹੁਣ ਜਿਹੜਾ ਮਨ ਸ਼ਬਦ ਅਨੁਸਾਰੀ ਹੁੰਦਾ ਹੈ ਨਾ ਉਹ ਫਿਰ ਡੋਲਦਾ ਨਹੀਂ। ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਬਾਹਰੀ ਹਾਲਾਤ ਜਿੱਦਾਂ ਦੇ ਮਰਜ਼ੀ ਨੇ ਉਹ ਮਨ ਕਦੇ ਡੋਲੇਗਾ ਨਹੀਂ ਜਿਹੜਾ ਮਨ ਸ਼ਬਦ ਅਨੁਸਾਰੀ ਹੋਏਗਾ। ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ ਸਭ ਕੁਝ ਕਰਨ ਵਾਲਾ ਤੇ ਮਾਲਕ ਹੈ ਫਿਰ ਮੈਂ ਕਿਉਂ ਡੋਲਾਂ। ਦੁੱਖ ਸੁੱਖ ਤੇ ਉਹਦੇ ਹੁਕਮ ਵਿੱਚ ਹੈ। ਕੇਤਿਆਂ ਦੁੱਖ ਭੂਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ। ਇਹ ਤੇ ਮਾਲਕ ਦੀਆਂ ਦਾਤਾਂ ਨੇ। ਕਿਸੇ ਕੋਲ ਦੁੱਖ ਹੈ ਕਿਸੇ ਕੋਲ ਭੁੱਖ ਹੈ ਕੋਈ ਮਿਲ ਰਿਹਾ ਹੈ ਕੋਈ ਵਿਛੜ ਰਿਹਾ ਹੈ। ਇਹ ਤੇ ਮਾਲਕ ਜੀ ਕਾਰ ਚਲਾ ਰਹੇ ਨੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਵੇਖੋ ਅੱਜ ਦੇ ਦਿਨ ਹੀ ਜਿੱਥੇ ਅੱਜ ਆਪਾਂ ਮਾਤਾ ਕਰਤਾਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਆਏ ਹਾਂ ਨਾ ਜੋ ਕਿ ਵਿਛੋੜਾ ਦੇ ਗਏ ਨੇ ਅੱਜ ਦੇ ਦਿਨ ਪਤਾ ਨਹੀਂ ਕਿੰਨੀਆਂ ਕੁ ਦਾ ਮਿਲਾਪ ਵੀ ਹੋਇਆ ਹੋਣਾ ਇਸ ਧਰਤੀ 'ਤੇ ਕਿੰਨੇ ਬੱਚਿਆਂ ਦਾ ਜਨਮ ਹੋਇਆ ਹੋਵੇਗਾ। ਮਿਲ ਰਿਹਾ ਕੋਈ ਵਿਛੜ ਰਿਹਾ ਅੱਜ ਦੇ ਦਿਨ ਪਤਾ ਨਹੀਂ ਕਿੰਨੇ ਕੁ ਆਖਰੀ ਸਵਾਸ ਲੈ ਰਹੇ ਹੋਣਗੇ। ਇਹ ਤੇ ਮਾਲਕ ਜੀ ਦੇ ਹੁਕਮ ਵਿੱਚ ਸਾਰਾ ਕੁਝ ਵਾਪਰ ਰਿਹਾ। ਫਿਰ ਕਦੇ ਵੀ ਉਹ ਮਨੁੱਖ
ਸੁੱਖਾਂ 'ਚ ਰੱਬ ਨੂੰ ਭੁਲਾਉਂਦਾ ਨਹੀਂ ਤੇ ਦੁੱਖਾਂ 'ਚ ਅਲਾਂਭੇ ਨਹੀਂ ਦਿੰਦਾ। ਉਹ ਰਜਾ ਨੂੰ ਮੰਨਦਾ ਹੈ, ਭਾਣੀ ਨੂੰ ਮੰਨਦਾ ਹੈ। ਹਰ ਇੱਕ ਹਾਲਾਤ ਵਿੱਚ ਉਹ ਇਹੀ ਕਹਿੰਦਾ ਹੈ, ਤੇਰਾ ਕੀਆ ਮਿੱਠਾ ਲੱਗੈ। ਮਾਲਕ ਜੀਓ ਤੁਹਾਡਾ ਭਾਣਾ ਬੜਾ ਮਿੱਠਾ ਲੱਗਦਾ ਹੈ। ਭਾਵੇਂ ਤੱਤੀ ਤਵੀ 'ਤੇ ਬਹਿਣਾ ਪੈ ਜੇ, ਭਾਵੇਂ ਪੁੱਤ ਦਾ ਕਲੇਜਾ ਮੂੰਹ 'ਚ ਪਵਾਉਣਾ ਪੈ ਜਾਏ, ਭਾਵੇਂ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਉਣੇ ਪੈ ਜਾਣ, ਭਾਵੇਂ ਕੰਡਿਆਂ ਦੀ ਸੇਜ ਵਿਛਾ ਕੇ ਸੌਣਾ ਪੈ ਜਾਏ, ਉਹ ਹਰ ਇੱਕ ਹਾਲਾਤ ਵਿੱਚ ਭਾਣੀ ਨੂੰ ਮਿੱਠਾ ਕਰਕੇ ਮੰਨਦਾ ਹੈ। ਜਿਹਦਾ ਮਨ ਗੁਰੂ ਅਨੁਸਾਰੀ ਹੋਇਆ ਹੁੰਦਾ ਹੈ, ਫਿਰ ਉਹ ਮਨ ਡੋਲਦਾ ਨਹੀਂ, ਸਥਿਰ ਹੋ ਜਾਂਦਾ, ਟਿਕਾ ਆ ਜਾਂਦਾ ਉਹਦੇ ਅੰਦਰ। ਅਤੇ ਨਾ ਹੀ ਉਹ ਮਨ ਕਿਸੇ ਦਾ ਬੁਰਾ ਚਿਤਵਦਾ ਹੈ। ਉਹਨੂੰ ਪਤਾ ਲੱਗ ਜਾਂਦਾ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਜੇ ਚਾਹੁੰਦਾ ਹੀ ਨਾ ਮੈਨੂੰ ਕੋਈ ਦੁੱਖ ਨਾ ਆਵੇ ਮੇਰੇ ਮਨ ਤੱਕ, ਤੂੰ ਦੂਜਿਆਂ ਦਾ ਬੁਰਾ ਸੋਚਣਾ ਛੱਡ ਦੇ, ਸਰਬੱਤ ਦਾ ਭਲਾ ਮੰਗ। ਫਿਰ ਇਹ ਉਹੀ ਮਨ ਮੰਗ ਸਕਦਾ ਜਿਹੜਾ ਮਨ ਗੁਰੂ ਅਨੁਸਾਰੀ, ਸ਼ਬਦ ਅਨੁਸਾਰੀ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਆਖਦੇ ਨੇ, ਪੁੱਤ ਜੇ ਤੂੰ ਚਾਹੁੰਦਾ ਮੈਂ ਸੰਤ ਕੇ ਮਾਰਗ 'ਤੇ ਚੱਲਾਂ, ਸਭ ਤੋਂ ਪਹਿਲਾਂ ਮਨ ਨੂੰ ਸ਼ਬਦ ਅਨੁਸਾਰੀ ਕਰ ਲਾ। ਫਿਰ ਸਮਝਾਉਂਦੇ ਨੇ, ਗੁਰ ਕਾ ਦਰਸ਼ਨ ਸਾਂਚੋ ਹਰ ਧਨ। ਜਦੋਂ ਆਪਾਂ ਮਕਾਨ ਬਣਾਉਂਦੇ ਹਾਂ ਨਾ, ਘਰ ਬਣਾਉਂਦੇ ਹਾਂ, ਅਤੇ ਮਾਪੇ ਕਹਿੰਦੇ ਨੇ ਪੁੱਤ ਘਰ ਤੇ ਬਣਾ ਲਿਆ, ਇਹਨੂੰ ਚਲਾਉਣਾ ਕਿਵੇਂ ਹੈ ਇਹ ਵੀ ਵਿਚਾਰ ਕਰ। ਘਰ ਨੂੰ ਚਲਾਉਣ ਦੇ ਲਈ, ਘਰ ਦੇ ਖਰਚੇ ਚੁੱਕਣ ਦੇ ਲਈ ਪੈਸੇ ਕਮਾਉਣੇ ਪੈਂਦੇ ਨੇ, ਰੁਪਏ ਜੋੜਨੇ ਪੈਂਦੇ ਨੇ, ਇਕੱਠੇ ਕਰਨੇ ਪੈਂਦੇ ਨੇ। ਇਸ ਕਰਕੇ ਤੂੰ ਕੰਮ ਕਰਿਆ ਕਰ। ਕੰਮ ਕਰਕੇ ਜਿਹੜਾ ਘਰ ਬਣਾਏ ਇਹਨੂੰ ਤੂੰ ਤਾਂ ਹੀ ਚਲਾ ਸਕਦਾ ਜੇ ਤੂੰ ਖਰਚੇ ਆਪਣੇ ਆਪ ਕੱਢ ਕੇ ਕੁਝ ਰੁਪਏ ਜੋੜਨੇ ਸ਼ੁਰੂ ਕਰੇ। ਉਹ ਤੇਰੇ ਵਿਆਹ 'ਤੇ ਕੰਮ ਆਉਣਗੇ, ਤੇਰੇ ਬੱਚਿਆਂ ਦੀ ਪੜ੍ਹਾਈ 'ਤੇ ਕੰਮ ਆਉਣਗੇ। ਮਾਪੇ ਸਮਝਾਉਂਦੇ ਨਾ ਵੀ ਤੂੰ ਬਾਹਰੀ ਧਨ ਇਕੱਠਾ ਕਰ, ਇਹਨੂੰ ਜੋੜ, ਕਿਉਂਕਿ ਜਿਹੜਾ ਘਰ ਬਣਾ ਲਿਆ ਤੂੰ, ਇਹਨੂੰ ਚਲਾਉਣਾ ਵੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ, ਪੁੱਤ ਜਿਹੜਾ ਮਨ ਤੂੰ ਤਿਆਰ ਕੀਤਾ ਹੈ ਨਾ ਸ਼ਬਦ ਅਨੁਸਾਰੀ, ਸ਼ਬਦ ਦੇ ਰਾਹੀਂ ਗੁਰੂ ਜੀ ਦੇ ਅਨੁਸਾਰੀ, ਹੁਣ ਇਹਨੂੰ ਚਲਾਉਣ ਦੇ ਲਈ ਤੂੰ ਕੀ ਕਰਨਾ? ਗੁਰ ਕਾ ਦਰਸ਼ਨ ਸਾਂਚੋ ਹਰ ਧਨ। ਸਾਂਚੋ ਦਾ ਅਰਥ ਹੈ ਇਕੱਠਾ ਕਰਨਾ। ਹਰ ਧਨ ਜਿਹੜਾ ਹਰੀ ਦਾ ਨਾਮ ਰੂਪੀ ਧਨ ਹੈ ਨਾ, ਇਹਨੂੰ ਇਕੱਠਾ ਕਰੇ। ਇਕੱਠਾ ਕਰੇਗਾ ਕਿਵੇਂ? ਗੁਰੂ ਜੀ ਦਾ ਦਰਸ਼ਨ ਕਰਕੇ। ਹੁਣ ਦਰਸ਼ਨ ਵੀ ਸ਼ਬਦ ਵਿੱਚੋਂ ਹੁੰਦਾ, ਕਿਉਂਕਿ ਸਾਡਾ ਗੁਰੂ ਸ਼ਬਦ ਹੈ। ਅਤੇ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਸ਼ਬਦਾਂ ਨੂੰ ਵਿਚਾਰਦੇ ਹਾਂ, ਸ਼ਬਦ ਦੇ ਰਾਹੀਂ ਨਾਮ ਧਨ ਨੂੰ ਇਕੱਠਾ ਕੀਤਾ ਜਾਂਦਾ ਹੈ। ਬਾਹਰੀ ਧਨ ਲੁੱਟਿਆ ਜਾ ਸਕਦਾ ਹੈ, ਬਾਹਰੀ ਧਨ ਨੂੰ ਕੋਈ ਚੋਰੀ ਵੀ ਕਰ ਸਕਦਾ ਹੈ, ਬਾਹਰੀ ਧਨ ਨੂੰ ਅੱਗ ਵੀ ਲੱਗ ਸਕਦੀ ਹੈ, ਇਹ ਡੁੱਬ ਵੀ ਸਕਦੇ, ਨੂੰ ਡੁੱਬਿਆ ਵੀ ਜਾ ਸਕਦਾ ਹੈ। ਪਰ ਜਿਹੜਾ ਹਰੀ ਨਾਮ ਰੂਪੀ ਧਨ ਹੈ ਨਾ, ਇਹਨੂੰ ਨਾ ਕੋਈ ਲੁੱਟ ਸਕਦਾ, ਨਾ ਕੋਈ ਮਚਾ ਸਕਦਾ, ਨਾ ਕੋਈ ਇਹਨੂੰ ਪਾਣੀ 'ਚ ਡੋਬ ਸਕਦਾ, ਨਾ ਕੋਈ ਚੁਰਾ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਤਸਕਰ ਨਹੀਂ ਲੇਵੈ ਜਲ ਨਹੀਂ ਡੋਬੇ, ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਲ। ਅੱਗ ਨੂੰ ਜਲਾ ਨਹੀਂ ਸਕਦੀ। ਫਿਰ ਤੂੰ ਇਸ ਧਨ ਨੂੰ ਇਕੱਠਾ ਕਰ। ਫਿਰ ਸਮਝਾਉਂਦੇ ਨੇ, ਊਤਮ ਮਤ ਮੇਰੇ ਹਿਰਦੈ ਤੂੰ ਆਓ। ਉੱਤਮ ਦਾ ਅਰਥ ਹੈ ਸ੍ਰੇਸ਼ਟ, ਸੋਹਣੀ। ਹੇ ਸੋਹਣੀ ਮਤ, ਉੱਤਮ ਮਤ, ਤੂੰ ਮੇਰੇ ਹਿਰਦੇ ਵਿੱਚ ਆ ਜਾ, ਮੇਰੇ ਅੰਦਰ ਆ ਜਾ। ਤੂੰ ਮੈਨੂੰ ਪਤਾ ਲੱਗ ਜੇ ਕਿਵੇਂ ਜ਼ਿੰਦਗੀ 'ਚ ਵਿਚਰਨਾ, ਕਿਵੇਂ ਇਸ ਜਨਮ ਨੂੰ ਸਵਾਰਨਾ ਹੈ। ਹੁਣ ਉੱਤਮ ਮਤ ਆਪਣੇ ਕੋਲ ਕਦੋਂ ਆਉਂਦੀ ਆ? ਜਦੋਂ ਅਸੀਂ ਗੁਰੂ ਅਨੁਸਾਰੀ ਹੁੰਦੇ ਹਾਂ, ਗੁਰੂ ਜੀ ਦੀ ਮਿਹਰ ਸਾਡੇ 'ਤੇ ਹੁੰਦੀ ਆ। ਅਤੇ ਗੁਰੂ ਜੀ ਦੀ ਮਿਹਰ ਕਦੋਂ ਹੁੰਦੀ ਆ? ਜਦੋਂ ਅਸੀਂ ਗੁਰੂ ਜੀ ਦੀ ਸਿੱਖਿਆ ਨੂੰ ਸੁਣਦੇ ਹਾਂ, ਫਿਰ ਤਾਂ ਐਡੀ ਵੱਡੀ ਕਿਰਪਾ ਹੋ ਜਾਂਦੀ ਆ। ਮਤ ਵਿੱਚ ਰਤਨ ਜਵਾਹਰ ਮਾਣਕ। ਜਪਜੀ ਸਾਹਿਬ ਤਾਂ ਪੜ੍ਹਦੇ ਆ ਨਾ ਜੀ, ਲਵਾਓ ਹਾਜ਼ਰੀ।
मत बिच रतन जवाहर माणक, जे एक गुर की सिख सुनी। जे सिੱਖਿਆ सुन लईए ना गुरु दी, वेखो जवाहर लाल रतन किन्ने कीमती हुंदे आ, एडी कीमती साडी मत हो जाती आ। फिर साडी एक गल नूं लोग ध्यान नाल सुणदे ने, कहंदे ने वाह कमाल दी गल कीती आ। ते जिन्ना टाइम सोहनी मत नहीं कोले, अगला कहंदा इहदी गल सुननी नहीं ने, बकवास ही करनी आ। ये गालां कड्डदा, इहनूं ते बोलण दा नहीं पता, कित्थे किहड़ी गल करनी आ, कोई सुणन नूं तैयार नहीं। पर जदों गुरु जी की सिੱਖਿਆ सुनते हैं ना, एडी सोहनी मत घड़ी जाती है, एडी सोहनी मत बनती है, हर कोई साडी गल सुनन नूं तैयार हुंदा है, क्योंकि ये सिੱਖਿਆ सुन के मत बन जाती है। मत विच रतन जवाहर माणिक। अरदास करिए, उत्तम मत मेरे हृदय तू आओ। हे सोहनी मत, तू मेरे कोल आ जा। ते आओगी कदों? जदों गुरु की मेहर होगी। मेहर कदों हो? जदों गुरबाणी नूं सुनना शुरू करांगे। सो भाई घरां विच बाणी लैके जाइए, जपजी साहिब साडे जीवन का आधार बने, सोदर दी बाणी साडे जीवन का आसरा बन जाए। गुरु जी की मत नूं अपने हिरदे च बसा लईए, फिर साडी मत भी सोहनी हो जानी है। फिर किड्डी किरपा होएगी जदों सोहनी मत अंदर आऊगी। आपां ते रोज़ अरदास च मंगदे आ ना, जिथे जिथे भी गुरुद्वारा साहिब बने ने, उथे रोज़ सिख अरदास करदा है, सिखां नूं सिੱਖੀ दान। सब कुछ मंगण तो बाद किहड़ी बेनती आ? सिखां दा मन नीवां, मत उच्ची। हे मेरे मालक जी, वो मत उच्ची कर दो साडी, सानूं पता लग जे कित्थे की बोलना है, किवें विचरना है, किवें अपने जीवन नूं सफल करना। साडे बारे भी कहा जाए, गुरमुख जन्म सवार दरगाह चले आ। सोहनी मत दे दिओ सानूं, फिर किरपा होएगी। जदों सोहनी मत कोले होवेगी ना, ध्यावों गावों गुण गोविंदा, अत प्रीतम मोहे लागै नाउ रहाओ। ध्यावों, मैं ध्यावां, मैं मालक जी दे गुण गावां। ये कदों ध्यावांगे, कदों गावांगे? जदों सोहनी मत कोले होनी आ। फिर सानूं अपने प्यारे दा नाम भी बड़ा प्यारा लगेगा। अत प्रीतम मोहे लागै नाउ, फिर नाम भी बड़ा प्यारा लगदा है। जे अज सानूं गुरबाणी प्यारी नहीं ना लगदी, रब जी का नाम प्यारा नहीं लगता, गुरुद्वारा साहिब आउणा सानूं चंगा नहीं लगता, ਇਹਦਾ मतलब हजे साडे कोल सोहनी मत नहीं है। अरदास करिए, मालिक जी सानूं सोहनी मत दे दिओ, सानूं साडे ते किरपा करो, सानूं जिउण दा ढंग पता लग जाए। फिर सतगुरु जी किरपा करदे भी ने। वेखो सज्जन ठग है ना, जिहड़ा जदों इतिहास पढ़दे आ, उन्होंने नहीं सी पता किमें जिंदगी च विचरना है, किमें जिंदगी दे असूल बनाने ने। उन्होंने नहीं सी पता की मर्यादा है, जिउण दा ढंग की है। कतल कर देना, लुट खो करनी, गरीबां दा खून पीना, ये जीवन का आधार सी। पर जदों इन्हें गुरु नानक साहिब जी की सिੱਖਿਆ सुनी ना, एडी मत उच्ची हो गई कि ठग नहीं रह गया, भाई सज्जन बन गया। सवार लिया ना जन्म, नहीं तो हार के जाना सी। सो इसे तरह साडा भी सवारिया जाएगा। फिर सतगुरु जी किरपा करते हैं, जदों नाम जिंदगी च आउंदा, नाम प्यारा लगता है, फिर मन भी रज जाता है। त्रिपत अगावन साचै नाए, 8-60 मज्जन संत तुराए। त्रिपत तृप्ति आ जाती आ, रज आ जाता है, राजे बन जाने असीं। फिर अंदर भुख नहीं रहिंदी होर होर दी, बस जिन्ना है मालक जी का शुक्र है। त्रिपत अगावन साचै नाए, ये सच्चे नाम नाल ही तृप्ति आउंदी आ। तृष्णा बिरले ही की बुझी है। 8-60 मज्जन संत तुराए। फिर जदों असीं साधु सतगुरु दी चरण धूड़ लैने आ ना, गुरबाणी नूं ध्यान ला के सुणदे आ, संगत विच बਹਿਨੇ आ, हर अमृत बाणी गावै साधां की धूरी नावै। जदों बाणी सुन के असीं इशनान करदे आ ना गुरबाणी दे विच, फिर साडा इत्थे बैठियां दा ही 68 तीर्थां दा इशनान हो जांदा है।
सुनिया 8 का इशनान, मुक्त हो जाएंगे असी इस जन्म दे विच ही जिउंदे जी, जदों असी सच्चे नाम नूं, सच्ची बाणी नूं जीवन का आसरा बनावांगे। फिर समझाउंदे ने, सब मैं जानो करता एक, साध संगत मिल बुद्ध बबेक। जदों सोहनी मत कोले होएगी, सच्चा नाम जीवन का आधार बनेगा, फिर सारियां च एक मालक नूं देखांगे। सब मैं जानो करता एक, सब मैं जोत जोत है सोए। फिर सारियां दा भला करांगे। फिर जात पात तो उपर उठ के सारियां च एक मालक नूं वेखांगे। बच्चियां नूं माता पिता चों एक मालक दिसेगा, फिर ही सेवा होएगी ना। बजुर्गां दी सेवा करांगे, माता पिता नूं बच्चियां चों रब दिसेगा, फिर ही वो अपनी जिम्मेवारी नूं निभाउणगे। अज वेखो जो साडे समाज दे हालात ने ना, इत्थे ते किरपा है। मैं परिवार नूं निजी तौर ते भी जाणदी हां। माता करतार कौर जी दी परिवार ने बड़ी सेवा की, ये बहुत चंगी गल है। बजुर्गां दी सेवा संभाल करनी भी चाहिदी आ। पर जदों आपां समाज वल वेखदे हां ना, हालात इदां दे ने कि इस धरती ते बिरध आश्रम खुलदे जा रहे ने। बजुर्गां दी संभाल असीं माता पिता दी संभाल नहीं कर पा रहे, जिन्हां ने सानूं मोढियां ते चुक के खड़ाया है, उन्हां नूं असीं बिरध आश्रम च छड्ड रहे हैं भी साडे तो तुहाडी संभाल नहीं हुंदी। गड़बड़ कित्थे होई? सानूं उन्हां चों रब ही नहीं दिसदा। गुरु नानक साहब जी, गुरु अर्जन साहब जी यही समझाउंदे ने, पुੱਤ सारिਆਂ 'ਚ एक अकाल पुरख नूं वेख, फिर तैनूं सेवा करनी, मापिਆਂ नूं सांभना बोझ नहीं लगेगा। तैनूं तो इदां लगेगा मैं ये रब जी की सेवा कर रही हैं, क्योंकि ये भी रब वसदा है। फिर माता पिता जदों बच्चियां चों रब देखणगे, वो भी जिम्मेवारियां निभाउणगे। बच्चियां नूं गुरु साहिब जी दे नाल, गुरबाणी नाल जोड़नगे भी रब जी ने सेवा दित्ती है, सानूं इन्हां बच्चियां नूं असीं पालना है। किते सेवा 'च कोई कमी ना रह जे, साडे वल्लों कोई घाट ना रह जे। असीं गुरु दे बचन बच्चियां नूं दृढ़ करा दईए। कदों होएगा? जदों एक अकाल पुरख नूं सारियां 'च वेखांगे। इसे करके गुरु जी समझाउंदे ने, पुੱਤ सोहनी मत मंग, सोहनी मत वाला ही ये गल समझ सकदा है। सब मैं जानो करता एक, साध संगत मिल बुद्ध बबेक। फिर साध संगत विच आके विवेक बुद्धि प्राप्त हुंदी आ। विवेक बुद्ध का भाव भी चंगे मंदे की परख करने वाली मत मिल जाती आ। ऐसी बुद्धि साडे कोल आ जाती भी सानूं पता लग जाता है आ चंगा है, आ मंदा है, आ जीवन लई सही है, आ जीवन वास्ते गलत है। ये संगत करन दे नाल ऐसी मत मिलती है, क्योंकि आपां इत्थे आके संगती रूप विच मंगदे आ ना। सिखां नूं सिੱਖੀ दान, केस दान, रहत दान, विवेक दान। सानूं विवेक दान दे दिओ, सानूं परख करनी आ जाए। ये कदों परख करनी आवेगी? जदों संगत करनी शुरू करांगे। जे संगत नहीं ना करदे आपां, गुरु पिता जी की गोद विच नहीं बैठदे, फिर तो गुरु रामदास जी आखदे ने, पुੱਤ तेरे जिउण नूं ही फटकार है, तेरा जीवन सफल नहीं होएगा, क्योंकि तू तो शरण विच आउंदा ही नहीं है। जो सतगुर शरण संगत नहीं आए, त्रिग जीवे त्रिग जीवास। जिन्नी तू जिंदगी बतीत कीती है ना, जिन्नी जिउं रहे हैं, इनू तो फटकार है ही, तो जिन्नी आस लाई है उन्होंने भी तरकार है। सो इस करके संगत करिए, संगत विच आउण दीआं बख्शां ने। फिर सतगुरु जी किरपा करदे ने, दास सगल का छोड़ अभिमान, नानक को गुर दीनो दान। तू सारियां दा दास बन जा, हो सबना की रेणुका, तो आओ हमारे पास। इन्नी निमरता होवे तेरे अंदर, तू हंकार छड्ड दे। दास सगल का, सारियां दा दास बन के छोड़ अहंकार, क्योंकि जिहड़ा अहंकार है ना, ये तैनूं रब्बी प्यार वाले पासे नहीं आउण दिंदा। जिहदे अंदर हंकार हुंदा उहदे अंदर रब्बी प्यार आ ही नहीं सकदा। ते जिहदे अंदर रब्बी प्यार है
ਉਹਦੇ ਅੰਦਰ ਕਦੇ ਹੰਕਾਰ ਨਹੀਂ ਆ ਸਕਦਾ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ, ਤੂੰ ਸਾਰਿਆਂ ਦਾ ਦਾਸ ਬਣ ਕੇ ਸੰਗਤ ਦੇ ਵਿੱਚ ਵਿਚਰ ਕੇ ਸੰਗਤ ਦਾ ਸਾਰੀ ਦਾ ਦਾਸ ਬਣਨਾ, ਨਿਮਰਤਾ ਭਾਵ ਵਿੱਚ ਗੁਰੂ ਜੀ ਦੇ ਚਰਨਾਂ 'ਚ ਆਉਣਾ। ਜਦੋਂ ਤੂੰ ਸਾਰੀ ਸੰਗਤ ਦਾ ਦਾਸ ਬਣ ਗਿਆ ਨਾ, ਨਿਮਰਤਾ ਭਾਵ ਵਿੱਚ ਸੰਗਤ ਵਿੱਚ ਵਿਚਰਨ ਲੱਗ ਗਿਆ, ਤੂੰ ਹੰਕਾਰ ਨੂੰ ਛੱਡ ਦਿੱਤਾ। ਵੇਖੋ ਹੰਕਾਰ ਵੀ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਕਿਸੇ ਨੂੰ ਆਪਣੇ ਰੂਪ ਦਾ ਹੰਕਾਰ ਹੈ, ਕਿਸੇ ਨੂੰ ਘਰ-ਬਾਰ ਦਾ ਹੰਕਾਰ ਹੈ, ਕਿਸੇ ਨੂੰ ਆਪਣੇ ਜ਼ੋਰ ਦਾ ਹੰਕਾਰ ਹੈ। ਹੰਕਾਰ ਵੀ ਬੜੀਆਂ ਚੀਜ਼ਾਂ ਦਾ ਹੁੰਦਾ ਹੈ। ਗੁਰੂ ਪਿਤਾ ਜੀ ਆਖਦੇ ਨੇ, ਪੁੱਤ ਤੂੰ ਸਾਰਾ ਹੀ ਹੰਕਾਰ ਛੱਡ ਦੇ। ਹੰਕਾਰ ਬਹੁਤ ਮਾੜਾ ਹੈ, ਹਰੀ ਨੂੰ ਹੰਕਾਰ ਨਹੀਂ ਪਾਉਂਦਾ। ਹਰ ਜੀਓ ਹੰਕਾਰ ਨਾ ਭਾਵਈ। ਜੇ ਤੂੰ ਮਾਲਕ ਜੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣਾ ਚਾਹੁੰਦਾ, ਹੰਕਾਰ ਛੱਡ, ਹੰਕਾਰ ਨੂੰ ਤਿਆਗ ਦੇ। ਜਦੋਂ ਹੰਕਾਰ ਨਹੀਂ ਹੋਏਗਾ ਨਾ, ਫਿਰ ਤੈਨੂੰ ਵਿਵੇਕ ਬੁੱਧ ਦੀ ਦਾਤ ਪ੍ਰਾਪਤ ਹੋਏਗੀ। ਅੱਜ ਵੇਖੋ ਮਨੁੱਖ ਹੰਕਾਰ ਦੇ ਵਿੱਚ ਕਿੰਨਾ ਕੁਝ ਕਰ ਰਿਹਾ ਹੈ। ਹੰਕਾਰ ਹੀ ਹੈ ਨਾ, ਅਮੀਰੀ ਦਾ ਹੰਕਾਰ ਹੈ, ਗਰੀਬਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਗਰੀਬ ਮਾਰ ਹੋ ਰਹੀ ਆ। ਜਿਹੜੀ ਕੌਮ ਨੂੰ ਹੰਕਾਰ ਹੋ ਗਿਆ ਵੀ ਸਾਡੀ ਵੱਧ ਗਿਣਤੀ, ਉਹ ਘੱਟ ਗਿਣਤੀ ਕੌਮਾਂ ਦੇ ਉੱਤੇ ਵਾਰ ਕਰ ਰਹੀ ਆ ਹੰਕਾਰ ਦੇ ਵਿੱਚ। ਸੋ ਹੰਕਾਰ ਰੱਬ ਨੂੰ ਚੰਗਾ ਨਹੀਂ ਲੱਗਦਾ। ਹੰਕਾਰ ਨੂੰ ਛੱਡ ਕੇ ਰੱਬੀ ਪਿਆਰ ਵਿੱਚ ਭਿੱਜੀਏ, ਫਿਰ ਵੇਖਿਓ ਕਿੰਨੀ ਨਜ਼ਦੀਕੀ ਬਣੇਗੀ ਮਾਲਕ ਜੀ ਦੇ ਨਾਲ। ਫਿਰ ਰੱਬ ਜੀ ਸਾਡਾ ਲਿਬਾਸ ਨਹੀਂ ਵੇਖਦੇ, ਸਾਡੀ ਉਮਰ ਨਹੀਂ ਵੇਖਦੇ ਵੀ ਇਹ ਬਜ਼ੁਰਗ ਹੈ, ਬੱਚਾ ਹੈ, ਨੌਜਵਾਨ ਹੈ, ਜਾਂ ਇਹ ਗਰੀਬ ਹੈ, ਅਮੀਰ ਹੈ, ਸੋਹਣੇ ਕੱਪੜੇ ਪਾਏ ਆ ਕਿ ਪਾਟੇ ਪੁਰਾਣੇ ਪਾਏ ਨੇ। ਰੱਬ ਜੀ ਇਹ ਨਹੀਂ ਵੇਖਦੇ, ਉਹ ਅੰਦਰ ਦੇ ਪਿਆਰ ਨੂੰ ਵੇਖਦੇ ਨੇ। ਜੇ ਹੰਕਾਰ ਨਹੀਂ ਨਾ ਹੋਏਗਾ, ਜ਼ਰੂਰ ਪ੍ਰਵਾਨ ਹੋਵਾਂਗੇ।